ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਫੇਰ ਮੈਂ ਤੁਹਾਡੇ ਵਾਸਤੇ ਤੁਹਾਡੇ ਆਪਣੇ ਚੈਨਲ ਪਾਵਰ ਆਫ ਗੁਰਬਾਣੀ ਉੱਤੇ ਇੱਕ ਨਵੀਂ ਅਦਭੁਤ ਵਾਰਤਾ ਲੈ ਕੇ ਆਇਆ ਹਾਂ। ਆਪਣਾ ਵਿਸ਼ਾ ਚੱਲ ਰਿਹਾ ਮੂਲ ਮੰਤਰ। ਸੋ ਅੱਜ ਦਾ ਆਪਣਾ ਵਿਸ਼ਾ ਹੈ ਕਿ ਮੂਲ ਮੰਤਰ ਪੜ੍ਹਨ ਦੇ ਨਾਲ ਹਰ ਕੰਮ ਵਿੱਚ ਸਫਲਤਾ ਮਿਲਦੀ ਹੈ। ਮੂਲ ਮੰਤਰ ਪੜ੍ਹਨ ਦੇ ਨਾਲ ਇੰਟਰਵਿਊ ਵਿੱਚੋਂ ਸਫਲ ਹੋ ਜਾਂਦਾ ਬੰਦਾ, ਇਮਤਿਹਾਨ ਦੇ ਵਿੱਚੋਂ ਸਫਲ ਹੋ ਜਾਂਦਾ ਬੰਦਾ, ਹੋਰ ਕਈ ਕੰਮਾਂ ਵਿੱਚੋਂ ਸਫਲ ਹੋ ਜਾਂਦਾ ਬੰਦਾ। ਬਸ਼ਰਤੇ ਸ਼ਰਧਾ ਹੋਣੀ ਚਾਹੀਦੀ ਹੈ। ਦੇਖਾ ਦੇਖੀ ਸਵਾਂਕਾਰ ਨਹੀਂ ਹੋਣਾ ਚਾਹੀਦਾ ਕਿ ਫਲਾਣੇ ਦਾ ਮੂਲ ਮੰਤਰ ਪੜ੍ਹਨ ਨਾਲ ਕੰਮ ਹੋ ਗਿਆ ਤੇ ਮੇਰਾ ਵੀ ਹੋ ਜਾਊਗਾ, ਮੈਂ ਵੀ ਪੜ੍ਹ ਲੈਣਾ। ਇਹ ਕੋਈ ਜ਼ਰੂਰੀ ਨਹੀਂ ਹੈ, ਕਿਉਂਕਿ ਉਸ ਬੰਦੇ ਦੇ ਅੰਦਰ ਬਹੁਤ ਸ਼ਰਧਾ ਸੀ, ਵਿਸ਼ਵਾਸ ਸੀ, ਤਾਂ ਉਹਦਾ ਕੰਮ ਹੋ ਗਿਆ। ਅਸੀਂ ਦੇਖਾ ਦੇਖੀ ਦੇ ਨਾਲ ਉਵੇਂ ਪੜ੍ਹ ਲੈਂਦੇ ਹਾਂ, ਪਰ ਉਹਨਾਂ ਵਿਸ਼ਵਾਸ ਨਹੀਂ ਹੁੰਦਾ, ਸਾਡੇ ਅੰਦਰ ਪਿਆਰ ਨਹੀਂ ਹੁੰਦਾ ਗੁਰਬਾਣੀ ਦੇ ਪ੍ਰਤੀ। ਜਾਪਾਨ ਦਾ ਇੱਕ ਸੰਤ ਸੈਨ ਹੋਇਆ, ਉਸ ਨੂੰ ਇੱਕ ਬੀਬੀ ਨੇ ਬੇਨਤੀ ਕੀਤੀ, ਕਹਿੰਦੀ ਜੀ ਮੈਂ ਸੁਣਿਆ ਕਿ ਤੁਹਾਡੀ ਮਾਂ ਨੇ ਕਿਸੇ ਸੰਤ ਨੂੰ ਇੱਕ ਟੋਪੀ ਦਿੱਤੀ ਸੀ, ਭੇਟਾ ਕੀਤੀ ਸੀ, ਤਾਂ ਤੁਸੀਂ ਫਿਰ ਪੈਦਾ ਹੋਏ ਹੋ। ਮੈਂ ਤੁਹਾਨੂੰ 100 ਟੋਪੀਆਂ ਦੇ ਦੂੰਗੀ ਬਣਾ ਕੇ, ਪਰ ਮੇਰੇ ਘਰ ਵੀ ਪੁੱਤਰ ਹੋ ਜਾਏ, ਬਚਨ ਕਰੋ। ਉਹ ਸੰਤ ਸੈਨ ਜੀ ਕਹਿਣ ਲੱਗੇ ਕਿ ਤੂੰ ਟੋਪੀਆਂ ਤਾਂ 100 ਦੀਆਂ 200 ਵੀ ਦੇ ਦੇਂਗੀ, ਪਰ ਜਿਹੜਾ ਪਿਆਰ ਤੇ ਸ਼ਰਧਾ ਮੇਰੀ ਮਾਂ ਦੀ ਇੱਕ ਟੋਪੀ ਵਿੱਚ ਸੀ, ਵਿਸ਼ਵਾਸ ਸੀ, ਉਹ ਤੇਰੇ ਵਿੱਚ ਨਹੀਂ ਆ। ਸੋ ਇਸ ਤਰ੍ਹਾਂ ਮੂਲ ਮੰਤਰ ਪੜ੍ਹਨ ਤੋਂ ਪਹਿਲਾਂ, ਮੂਲ ਮੰਤਰ ਰਾਹੀਂ ਹੋਣ ਵਾਲੇ ਕੰਮਾਂ ਤੋਂ ਪਹਿਲਾਂ ਸਾਡੇ ਅੰਦਰ ਇੱਕ ਵਿਸ਼ਵਾਸ, ਪਿਆਰ ਹੋਣਾ ਚਾਹੀਦਾ। ਭੋਜਨ ਇੱਕ ਤਾਂ ਅਸੀਂ ਭੁੱਖ ਲੱਗੀ ਤੋਂ ਖਾਂਦੇ ਹਾਂ। ਜਦੋਂ ਅਸੀਂ ਭੋਜਨ ਪਿਆਰ ਨਾਲ ਖਾਂਦੇ ਬਹੁਤ ਸਵਾਦ ਲੱਗਦਾ। ਜਦੋਂ ਅਸੀਂ ਭੋਜਨ ਸਿਰਫ ਭੁੱਖ ਮਿਟਾਉਣ ਵਾਸਤੇ ਹੀ ਖਾਂਦੇ ਹਾਂ, ਉਹਦਾ ਸਵਾਦ ਨਹੀਂ ਹੁੰਦਾ। ਬਸ ਐਵੇਂ ਹੀ ਹੈ, ਜਿਹੜੀ ਅੰਮ੍ਰਿਤ ਬਾਣੀ ਪਿਆਸ ਲੱਗੀ ਤੋਂ ਪੜ੍ਹੀ ਜਾਏ, ਉਹ ਸਾਡੇ ਸਰੀਰ ਨੂੰ ਤਾਕਤ ਦਿੰਦੀ ਹੈ। ਜਿਹੜੀ ਬਿਨਾਂ ਪਿਆਸ ਤੋਂ ਅਸੀਂ ਪੜ੍ਹਦੇ ਹਾਂ, ਉਹ ਤਾਂ ਇੱਦਾਂ ਹੀ ਸਮਝੋ ਵੀ ਜਿਵੇਂ ਰੋਟੀ ਖਾ ਲਈ ਹੈ ਤੇ ਖਾ ਲਈ ਹੈ, ਬਸ ਇਸ ਤਰ੍ਹਾਂ। ਸੋ ਪਹਿਲਾਂ ਵਿਸ਼ਵਾਸ ਹੋਣਾ ਚਾਹੀਦਾ ਗੁਰਬਾਣੀ ਦੇ ਵਿੱਚ। ਸੋ ਅੱਜ ਦਾ ਆਪਣਾ ਵਿਸ਼ਾ ਹੈ ਕਿ ਮੂਲ ਮੰਤਰ ਪੜ੍ਹਨ ਦੇ ਨਾਲ ਮਨੁੱਖ ਦੇ ਹਰ ਕੰਮ ਵਿੱਚ ਸਫਲਤਾ ਮਿਲਦੀ ਹੈ। ਇੰਟਰਵਿਊ ਵਿੱਚ ਪਾਸ ਹੁੰਦਾ, ਇਮਤਿਹਾਨਾਂ ਵਿੱਚ ਪਾਸ ਹੋ ਜਾਂਦਾ, ਹੋਰ ਕੰਮਾਂ ਵਿੱਚ ਪਾਸ ਹੋ ਜਾਂਦਾ। ਅੱਜ ਦਾ ਜਿਹੜੀ ਵਾਰਤਾ ਹੈਗੀ ਅੱਜ ਦੀ, ਉਹ ਹੈ ਕਿ ਇੱਕ ਲੜਕਾ ਭੰਗੜੇ ਦੇ ਇਗਜ਼ਾਮ ਦੇ ਵਿੱਚੋਂ ਪਾਸ ਹੋ ਕੇ ਤੇ ਉਹ ਭੰਗੜੇ ਦਾ ਪਾਰਟੀ ਦਾ ਲੀਡਰ ਬਣ ਗਿਆ, ਹੈ ਨਾ। ਇਹ ਵੀ ਇੱਕ ਵਿਸ਼ਾ ਹੈ, ਕਿਉਂਕਿ ਇਹਦੇ ਵਿੱਚ ਭੰਗੜੇ ਦਾ ਮਤਲਬ ਨਹੀਂ, ਇਹਦਾ ਮਤਲਬ ਹੈ ਕਿ ਮੂਲ ਮੰਤਰ ਦੀ ਪਾਵਰ, ਕਿ ਪੜ੍ਹਨ ਦੇ ਨਾਲ ਬੰਦੇ ਦਾ ਕੰਮ ਕਿੱਦਾਂ ਸੁਰ ਜਾਂਦਾ। ਸੋ ਪਿਆਰੀ ਸਾਧ ਸੰਗਤ ਜੀ, ਅੱਜ ਆਪਾਂ ਗੱਲ ਕਰਾਂਗੇ ਮੂਲ ਮੰਤਰ ਦੀ ਸ਼ਕਤੀ ਸਾਡੇ ਕੰਮ ਕਿਸ ਤਰ੍ਹਾਂ ਕਰਦੀ ਹੈ, ਅਤੇ ਕਥਾ ਵਿੱਚੋਂ ਸੁਣੀਆਂ ਸਾਖੀਆਂ ਨੂੰ ਅਸੀਂ ਆਪਣੇ ਉੱਤੇ ਕਿਵੇਂ ਪਰਖ ਸਕਦੇ ਹਾਂ। ਪਰਖਣਾ ਮਤਲਬ ਕਿ ਉਹ ਗੱਲ ਫਲਾਣੇ ਦੇ ਨਾਲ ਹੋ ਗਈ ਸੀ, ਕਥਾ ਵਿੱਚ ਸੁਣਿਆ ਕਿ ਫਲਾਣੇ ਸਿੱਖ ਦਾ ਇਸ ਤਰੀਕੇ ਨਾਲ ਕਰਨ ਨਾਲ ਕੰਮ ਹੋ ਗਿਆ, ਇਸ ਤਰ੍ਹਾਂ ਉਹਨੇ ਗੁਰੂ ਦੇ ਬਚਨ ਨੂੰ ਮੰਨ ਕੇ ਕੰਮ ਕੀਤਾ ਤਾਂ ਉਸ ਦਾ ਕੰਮ ਹੋ ਗਿਆ, ਉਹਨੇ ਇਸ ਤਰ੍ਹਾਂ ਕੀਤਾ। ਜੇ ਉਸ ਦਾ ਕੰਮ ਹੋ ਸਕਦਾ, ਅਸੀਂ ਸੋਚੀਏ ਸਾਡਾ ਵੀ ਹੋ ਸਕਦਾ। ਇਸ ਨੂੰ ਕਹਿੰਦੇ ਪਰਖਣਾ, ਆਪਣੇ ਉੱਤੇ ਅਜ਼ਮਾਉਣਾ, ਟੈਸਟ ਕਰਨਾ। ਸੋ ਜਿਹੜੀ ਗੱਲ ਆਪਾਂ ਕਰ ਰਹੇ ਹਾਂ, ਇਹ ਗੱਲ 2008 ਦੇ ਆਸ-ਪਾਸ ਦੀ ਹੈ। 2008 ਦੀ ਹੈ। ਉਹਨਾਂ ਦਿਨਾਂ ਵਿੱਚ
ਕੈਨੇਡਾ ਵਿੱਚ ਰਹਿਣ ਵਾਲੇ ਬਹੁਤ ਸਾਰੇ ਲੋਕ ਮੈਨੂੰ ਜਾਲਣ ਲੱਗ ਗਏ ਸਨ। ਉਹ ਫੋਨ ਰਾਹੀਂ ਮੈਨੂੰ ਆਪਣੀਆਂ ਮੁਸ਼ਕਲਾਂ ਦੱਸ ਦਿੰਦੇ ਸਨ ਅਤੇ ਮੈਂ ਉਹਨਾਂ ਨੂੰ ਗੁਰਬਾਣੀ ਮੁਤਾਬਕ ਜਾਂ ਗੁਰ ਇਤਿਹਾਸ ਮੁਤਾਬਕ ਉਸ ਦਾ ਹੱਲ ਦੱਸ ਦਿੰਦਾ ਸੀ। ਸੋ ਸੰਗਤ ਜੀ, ਮੇਰੀਆਂ ਰਿਕਾਰਡ ਕੀਤੀਆਂ ਇਹੋ ਜਿਹੀਆਂ ਗਾਥਾਵਾਂ ਜਾਂ ਵਾਰਤਾਵਾਂ ਤੋਂ ਇਹ ਨਾ ਸਮਝ ਲੈਣਾ ਕਿ ਮੇਰੇ ਬੋਲ ਪੂਰੇ ਹੁੰਦੇ ਹਨ। ਇਹ ਨਾ ਸਮਝਣਾ ਕਿ ਮੇਰੇ ਬੋਲ ਪੂਰੇ ਹੁੰਦੇ ਹਨ, ਜਾਂ ਮੈਂ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਮੇਰੇ ਵਿੱਚ ਕੋਈ ਸ਼ਕਤੀ ਹੈ ਅਤੇ ਮੇਰੇ ਬੋਲ ਬਚਨ ਪੂਰੇ ਹੁੰਦੇ ਹਨ। ਐਸਾ ਕੁਝ ਨਹੀਂ ਹੈ। ਮੈਂ ਤਾਂ ਬਸ ਗੁਰਬਾਣੀ ਤੋਂ ਅਤੇ ਇਤਿਹਾਸ ਤੋਂ ਸੇਧ ਲੈ ਲੈਂਦਾ। ਬਾਕੀ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਦਿੱਤੀ ਹੋਈ ਬੁੱਧੀ ਹੈ, ਉਸ ਦੀ ਮਿਹਰ ਹੈ ਕਿ ਮੈਂ ਲੋਕਾਂ ਨੂੰ ਗੁਰਬਾਣੀ ਨਾਲ ਜੋੜਨ ਵਿੱਚ ਸਫਲ ਹੋ ਰਿਹਾ। ਇਹ ਸਭ ਉਸ ਵਾਹਿਗੁਰੂ ਦੀ ਕਿਰਪਾ ਹੈ। ਚਲੋ ਆਪਾਂ ਵਾਰਤਾ ਸ਼ੁਰੂ ਕਰਦੇ ਹਾਂ। ਇੱਕ ਵਾਰ ਮੈਨੂੰ ਕੈਨੇਡਾ ਦੇ ਸ਼ਹਿਰ ਟੋਰਾਂਟੋ ਤੋਂ ਇੱਕ ਬੀਬੀ ਦਾ ਫੋਨ ਆਇਆ ਕਿ ਉਹਨਾਂ ਦੇ ਬੱਚੇ ਨੇ ਭੰਗੜਾ ਮੁਕਾਬਲੇ ਵਿੱਚ ਹਿੱਸਾ ਲਿਆ, ਪਰ ਉਹ ਬਿਮਾਰ ਰਹਿਣ ਕਰਕੇ ਭੰਗੜੇ ਦੀ ਰਿਹਰਸਲ ਨਹੀਂ ਕਰ ਸਕਿਆ। ਬਿਮਾਰ ਰਹਿਣ ਕਰਕੇ ਭੰਗੜੇ ਦੀ ਰਿਹਰਸਲ ਚੰਗੀ ਤਰ੍ਹਾਂ ਨਹੀਂ ਕਰ ਸਕਿਆ, ਪਰ ਇਸ ਨੂੰ ਭੰਗੜੇ ਦਾ ਬਹੁਤ ਸ਼ੌਂਕ ਹੈ। ਇਹਨਾਂ ਦੀ ਭੰਗੜਾ ਪਾਰਟੀ ਵਿਸਾਖੀ ਫੈਸਟੀਵਲ ਵਿੱਚ ਹਿੱਸਾ ਲੈ ਰਹੀ ਹੈ। ਬਹੁਤ ਸਾਰੇ ਬੱਚਿਆਂ ਨੇ ਭੰਗੜੇ ਵਿੱਚ ਸ਼ਾਮਲ ਹੋਣ ਲਈ ਆਪਣੇ ਨਾਮ ਲਿਖਵਾਏ ਹਨ, ਪਰ ਭੰਗੜਾ ਕਮੇਟੀ ਨੇ ਸਿਰਫ 12 ਬੱਚਿਆਂ ਦੀ ਹੀ ਚੋਣ ਕਰਨੀ ਹੈ। ਜੇ ਸਾਡਾ ਬੇਟਾ ਸਿਲੈਕਟ ਨਾ ਹੋਇਆ ਤਾਂ ਇਸ ਦਾ ਦਿਲ ਟੁੱਟ ਜਾਏਗਾ ਅਤੇ ਬਹੁਤ ਨਿਰਾਸ਼ ਹੋ ਜਾਣਾ ਇਸ ਨੇ। ਅਸੀਂ ਚਾਹੁੰਦੇ ਹਾਂ ਕਿ ਸਾਡਾ ਬੱਚਾ ਉਸ ਭੰਗੜਾ ਪਾਰਟੀ ਵਿੱਚ ਸਿਲੈਕਟ ਹੋ ਜਾਏ। ਤੁਸੀਂ ਇਸ ਦਾ ਕੋਈ ਹੱਲ ਦੱਸੋ ਅਤੇ ਉਸ ਵਾਸਤੇ ਅਰਦਾਸ ਕਰੋ। ਮੈਂ ਉਸ ਬੀਬੀ ਨੂੰ ਪੁੱਛਿਆ ਕਿ ਬੱਚੇ ਦਾ ਨਾਮ ਕੀ ਹੈ। ਉਹਨਾਂ ਨੇ ਦੱਸਿਆ ਕਿ ਸਾਡੇ ਬੱਚੇ ਦਾ ਨਾਮ ਗੁਰਬਲ ਸਿੰਘ ਹੈ। ਉਹਨਾਂ ਦੀ ਇਹ ਗੱਲ ਅਤੇ ਮੰਗ ਮੈਨੂੰ ਕੁਝ ਅਜੀਬ ਜਿਹੀ ਲੱਗੀ, ਕਿਉਂਕਿ ਨੱਚਣ ਵਾਸਤੇ ਅਰਦਾਸ ਕਰਾਉਂਦੇ ਹਨ। ਪਰ ਫਿਰ ਮੈਂ ਸੋਚਿਆ ਕਿ ਜਿੱਥੇ ਵਿਸਾਖੀ ਦਾ ਪਾਵਨ ਦਿਹਾੜਾ ਸਿੱਖ ਧਰਮ ਵਿੱਚ ਖਾਲਸਾ ਪੰਥ ਦੇ ਸਾਜਨਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ, ਉੱਥੇ ਇਸ ਦਿਨ ਉੱਤੇ ਸਾਡੇ ਪੰਜਾਬੀ ਭਾਈਚਾਰੇ ਵੱਲੋਂ ਪੰਜਾਬੀ ਸੱਭਿਆਚਾਰਕ ਮੇਲੇ ਵੀ ਲਗਾਏ ਜਾਂਦੇ ਹਨ ਅਤੇ ਕਿਸਾਨ ਭਰਾ ਫਸਲਾਂ ਪੱਕਣ ਦੀ ਖੁਸ਼ੀ ਵਿੱਚ ਭੰਗੜੇ ਵੀ ਪਾਉਂਦੇ ਆ। ਹੁਣ ਸੋਚਣ ਵਾਲੀ ਗੱਲ ਹੈ ਕਿ ਇਹ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਆਪਣੇ ਭਾਈਚਾਰਕ ਨਾਚ ਭੰਗੜੇ ਦੀ ਵਿਦੇਸ਼ਾਂ ਵਿੱਚ ਪਹਿਚਾਣ ਵੀ ਬਣਾ ਰਹੇ ਹਨ। ਇਹ ਸੋਚ ਕੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਕੱਲ੍ਹ ਨੂੰ ਫੋਨ ਕਰਨਾ। ਫੋਨ ਕੱਟਣ ਤੋਂ ਬਾਅਦ ਮੈਂ ਉਹਨਾਂ ਦਾ ਕੋਈ ਹੱਲ ਲੱਭ ਰਿਹਾ ਸੀ ਕਿ ਅਚਾਨਕ ਹੀ ਮੈਨੂੰ ਯਾਦ ਆਇਆ ਕਿ ਗੁਰਬਿਲਾਸ ਗ੍ਰੰਥ ਵਿੱਚ 6ਵੇਂ ਪਾਤਸ਼ਾਹ ਜੀ ਨੇ ਸਰੋਤਾ ਤੇ ਵਕਤਾ ਦੇ 14 ਗੁਣ ਦੱਸੇ ਹਨ। ਉਸ ਵਿੱਚ ਸਰੋਤਾ ਬਾਰੇ ਗੁਰੂ ਜੀ ਨੇ ਕਿਹਾ ਹੈ ਕਿ ਸਰੋਤਾ ਕਥਾ ਨੂੰ ਸ਼ਰਧਾ ਨਾਲ ਸੁਣ ਕੇ ਆਪਣੇ ਉੱਤੇ ਪਰਖੇ, ਆਪਣੇ ਉੱਤੇ ਅਜਮਾ ਕੇ ਦੇਖੇ ਕਿ ਜੋ ਕਥਾ ਵਿੱਚ ਸੁਣਿਆ ਹੈ ਉਹ ਸੱਚਮੁੱਚ ਉਸੇ ਤਰ੍ਹਾਂ
ਅੱਜ ਵੀ ਹੋ ਸਕਦਾ। ਇਸ ਤਰ੍ਹਾਂ ਫਿਰ ਮੈਨੂੰ ਯਾਦ ਆਇਆ ਕਿ ਮੈਨੂੰ ਵੀ ਇਹ ਕਥਾ ਵਾਲੀ ਸਾਖੀ ਪਰਖ ਕੇ ਦੇਖਣੀ ਚਾਹੀਦੀ ਹੈ ਕਿ ਕੀ ਉਹ ਸ਼ਕਤੀ ਅੱਜ ਵੀ ਕੰਮ ਕਰਦੀ ਹੈ। ਉਹ ਕਥਾ ਇਸ ਪ੍ਰਕਾਰ ਸੀ ਜੋ ਮੈਂ ਆਪ ਜੀ ਨਾਲ ਸਾਂਝੀ ਕਰਨ ਲੱਗਿਆ। ਜਦੋਂ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਵੇਲੇ ਗੁਰੂ ਘਰ ਦੇ ਦੋਖੀ ਨਿੰਦਕਾਂ ਨੇ ਅਕਬਰ ਬਾਦਸ਼ਾਹ ਕੋਲ ਗੁਰੂ ਘਰ ਦੀ ਸ਼ਿਕਾਇਤ ਕੀਤੀ ਕਿ ਗੋਬਿੰਦਵਾਲ ਵਿੱਚ ਗੁਰੂ ਨਾਨਕ ਦੇਵ ਦੇ ਨਾਮ ਉੱਤੇ ਬਣੇ ਇੱਕ ਸਿੱਖ ਧਰਮ ਨੇ ਆਪਣੀ ਨਵੀਂ ਹੀ ਰੀਤ ਚਲਾਈ ਹੈ। ਅੱਜ ਕੱਲ੍ਹ ਉਹਨਾਂ ਦੀ ਥਾਂ ਉੱਤੇ ਬੈਠੇ ਗੁਰੂ ਅਮਰਦਾਸ ਜੀ ਨੇ ਇੱਕ ਹੋਰ ਵੱਖਰੀ ਹੀ ਰੀਤ ਚਲਾਈ ਹੈ ਅਤੇ ਉਹ ਉੱਚੀ ਤੇ ਨੀਵੀਂ ਜਾਤ ਦੇ ਲੋਕਾਂ ਨੂੰ ਇਕੱਠੇ ਬਿਠਾ ਕੇ ਖਾਣਾ ਖਵਾਉਂਦੇ ਹਨ, ਜਿਸ ਨੂੰ ਉਹ ਲੰਗਰ ਆਖਦੇ ਹਨ। ਉਹਨਾਂ ਨੇ ਵੇਦਾਂ ਸ਼ਾਸਤਰਾਂ ਦੀ ਬਾਣੀ ਦਾ ਤਿਆਗ ਕਰਕੇ ਆਪਣੀ ਹੀ ਇੱਕ ਨਵੀਂ ਬਾਣੀ ਰਚੀ ਹੈ, ਜਿਸ ਨੂੰ ਉਹਨਾਂ ਦੇ ਸਿੱਖ ਸਵੇਰੇ ਸ਼ਾਮ ਬੜੇ ਹੀ ਪ੍ਰੇਮ ਨਾਲ ਪੜ੍ਹਦੇ ਹਨ। ਹੇ ਬਾਦਸ਼ਾਹ ਸਲਾਮਤ, ਉਹਨਾਂ ਨੂੰ ਦਰਬਾਰ ਵਿੱਚ ਸੱਦ ਕੇ ਤਾੜਨਾ ਕੀਤੀ ਜਾਏ ਅਤੇ ਵੇਦਾਂ ਦੀ ਪੁਰਾਤਨ ਰੀਤੀ ਦੀ ਮਰਜ਼ਾਦਾ ਨੂੰ ਬਰਕਰਾਰ ਰੱਖਿਆ ਜਾਏ। ਅਕਬਰ ਬਾਦਸ਼ਾਹ ਲਾਹੌਰ ਦੀ ਫੇਰੀ ਉੱਤੇ ਆਇਆ ਹੋਇਆ ਸੀ ਤਾਂ ਉਸ ਨੇ ਗੁਰੂ ਜੀ ਵੱਲ ਇੱਕ ਪੱਤਰ ਲਿਖ ਕੇ ਭੇਜਿਆ ਕਿ ਗੁਰੂ ਜੀ, ਕੁਝ ਲੋਕ ਤੁਹਾਡੇ ਇਸ ਪ੍ਰੇਮਮਈ ਵਰਤਾਰੇ ਨੂੰ ਸਮਝ ਨਹੀਂ ਰਹੇ, ਅਤੇ ਕਿੰਤੂ ਪ੍ਰੰਤੂ ਕਰਦੇ ਹਨ। ਉਹਨਾਂ ਨੇ ਤੁਹਾਡੇ ਖਿਲਾਫ ਦਰਬਾਰ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਕਿਰਪਾ ਕਰਕੇ ਤੁਸੀਂ ਇੱਥੇ ਆ ਕੇ ਉਹਨਾਂ ਦੇ ਸ਼ੰਕੇ ਨਿਵਰਤ ਕਰੋ। ਬਾਦਸ਼ਾਹ ਨੇ ਇਸ ਤਰ੍ਹਾਂ ਤਾਂ ਲਿਖਿਆ ਸੀ ਕਿ ਉਹ ਗੁਰੂ ਘਰ ਦੀ ਮਰਜ਼ਾਦਾ ਤੋਂ ਪਹਿਲਾਂ ਹੀ ਜਾਣੂ ਸੀ ਅਤੇ ਗੁਰੂ ਘਰ ਵਿੱਚ ਸ਼ਰਧਾ ਵੀ ਰੱਖਦਾ ਸੀ। ਜਦ ਬਾਦਸ਼ਾਹ ਦਾ ਰੁਕਾ ਗੋਇੰਦਵਾਲ ਪਹੁੰਚਿਆ ਤਾਂ ਗੁਰੂ ਜੀ ਨੇ ਭਾਈ ਜੇਠਾ ਜੀ ਨੂੰ ਕਿਹਾ, ਭਾਈ ਜੇਠਾ ਜੀ ਜੋ ਬਾਅਦ ਵਿੱਚ ਗੁਰੂ ਰਾਮਦਾਸ ਜੀ ਹੋਏ, ਭਾਈ ਜੇਠਾ ਜੀ ਨੂੰ ਕਿਹਾ ਕਿ ਉਹ ਲਾਹੌਰ ਜਾ ਕੇ ਬਾਦਸ਼ਾਹ ਦੇ ਦਰਬਾਰ ਵਿੱਚ ਗੁਰੂ ਘਰ ਦੇ ਨਿੰਦਕਾਂ ਨੂੰ ਜਵਾਬ ਦੇਣ ਅਤੇ ਗੁਰੂ ਘਰ ਦੀ ਮਰਜ਼ਾਦਾ ਸਮਝਾਉਣ। ਭਾਈ ਜੇਠਾ ਜੀ ਨੇ ਆਖਿਆ ਕਿ ਗੁਰੂ ਜੀ, ਮੈਂ ਅਨਪੜ੍ਹ ਹਾਂ ਅਤੇ ਗਿਆਨ ਦੀ ਕੋਈ ਗੱਲ ਵੀ ਨਹੀਂ ਜਾਣਦਾ, ਮੈਂ ਤਾਂ ਸਿਰਫ ਸੇਵਾ ਹੀ ਕਰਨ ਜਾਣਦਾ। ਫਿਰ ਮੈਂ ਉਹਨਾਂ ਨੂੰ ਕੀ ਸਮਝਾਵਾਂਗਾ ਅਤੇ ਕੀ ਜਵਾਬ ਦੇਵਾਂਗਾ। ਗੁਰੂ ਜੀ ਨੇ ਕਿਹਾ ਕਿ ਤੁਸੀਂ ਬਾਦਸ਼ਾਹ ਦੇ ਦਰਬਾਰ ਵਿੱਚ ਜਾ ਕੇ ਇੱਕ ਓਅੰਕਾਰ ਦਾ ਆਵਾਜ਼ਾ ਦੇਣਾ ਅਤੇ ਫਿਰ ਪਹਿਲਾਂ ਆਪਣੇ ਸੱਜੇ ਮੋਢੇ ਵੱਲ ਦੇਖਣਾ ਅਤੇ ਫਿਰ ਆਪਣੇ ਖੱਬੇ ਮੋਢੇ ਵੱਲ ਦੇਖਣਾ। ਸੱਜੇ ਮੋਢੇ ਗੁਰੂ ਨਾਨਕ ਦੇਵ ਜੀ ਹੋਣਗੇ ਅਤੇ ਖੱਬੇ ਮੋਢੇ ਅਸੀਂ ਹਾਜ਼ਰ ਹੋਵਾਂਗੇ। ਇਸ ਤਰ੍ਹਾਂ ਕਰਨ ਨਾਲ ਤੈਨੂੰ ਹਰ ਤਰ੍ਹਾਂ ਦਾ ਗਿਆਨ ਆਪਣੇ ਆਪ ਹੀ ਆ ਜਾਏਗਾ। ਭਾਈ ਜੇਠਾ ਜੀ ਨੇ ਬਾਦਸ਼ਾਹ ਦੇ ਦਰਬਾਰ ਵਿੱਚ ਜਾ ਕੇ ਹਾਜ਼ਰ ਹੋ ਕੇ ਜਵਾਬ ਦੇਣ ਤੋਂ ਪਹਿਲਾਂ ਇੱਕ ਓਅੰਕਾਰ ਦਾ ਆਵਾਜ਼ਾ ਦਿੱਤਾ, ਉੱਚੀ ਸਾਰੀ, ਅਤੇ ਫਿਰ ਵਿਰੋਧੀਆਂ ਨੇ ਭਾਈ ਜੇਠਾ ਜੀ ਨੂੰ ਗਾਇਤਰੀ ਮੰਤਰ ਦੇ ਅਰਥ ਕਰਨ ਲਈ ਆਖਿਆ। ਭਾਈ ਜੇਠਾ ਜੀ ਨੇ ਗੁਰੂ ਜੀ ਦੇ ਬਚਨਾਂ ਅਨੁਸਾਰ ਬੜੀ ਹੀ ਸ਼ਰਧਾ ਨਾਲ ਪਹਿਲਾਂ ਸੱਜੇ ਮੋਢੇ ਵੱਲ ਦੇਖਿਆ ਅਤੇ ਫਿਰ ਖੱਬੇ ਮੋਢੇ ਵੱਲ ਦੇਖਿਆ। ਫਿਰ ਭਾਈ ਜੇਠਾ ਜੀ ਨੇ ਗਾਇਤਰੀ ਮੰਤਰ ਦੇ ਬਹੁਤ ਹੀ ਡੂੰਘੇ ਅਰਥ ਕੀਤੇ ਅਤੇ ਹੋਰ ਵੀ ਕਈ ਸ਼ੰਕੇ ਨਿਵਰਤ ਕੀਤੇ, ਜਿਨ੍ਹਾਂ ਦਾ ਜਵਾਬ ਗੁਰੂ ਘਰ ਦੇ ਵਿਰੋਧੀਆਂ ਕੋਲ ਨਹੀਂ ਸੀ। ਇਹ ਸੁਣ ਕੇ ਬਾਦਸ਼ਾਹ ਬਹੁਤ ਖੁਸ਼ ਹੋਇਆ ਅਤੇ ਗੁਰੂ ਘਰ ਦੇ ਨਿੰਦਕਾਂ ਨੂੰ ਝਾੜਾਂ ਪਾਈਆਂ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸਾਖੀ ਮੈਨੂੰ ਯਾਦ ਆ ਗਈ ਤੇ ਮੈਂ ਸੋਚਿਆ ਕਿ ਇਸ ਸਾਖੀ ਨੂੰ ਇੱਥੇ ਪਰਖ ਕੇ ਦੇਖਦੇ ਹਾਂ। ਦੂਜੇ ਦਿਨ
ਉਹਨਾਂ ਦਾ ਫੋਨ ਆ ਗਿਆ ਕੈਨੇਡਾ ਤੋਂ। ਮੈਂ ਇਸ ਸਾਖੀ ਨੂੰ ਸਾਖੀ ਮੰਨ ਕੇ ਉਹਨਾਂ ਨੂੰ ਆਖਿਆ ਕਿ ਤੁਸੀਂ ਆਪਣੇ ਲੜਕੇ ਨੂੰ ਕਹੋ ਕਿ ਉਹ ਸਟੇਜ ਉੱਤੇ ਜਾ ਕੇ ਬੜੀ ਹੀ ਸ਼ਰਧਾ ਨਾਲ ਪਹਿਲਾਂ ਇੱਕ ਵਾਰ ਇੱਕ ਓਂਕਾਰ ਤੋਂ ਲੈ ਕੇ ਨਾਨਕ ਹੋਸੀ ਵੀ ਸੱਚ ਤੱਕ ਪੂਰਨ ਮੂਲ ਮੰਤਰ ਦਾ ਪਾਠ ਕਰੇ ਅਤੇ ਫਿਰ ਪਹਿਲਾਂ ਆਪਣੇ ਸੱਜੇ ਮੋਢੇ ਵੱਲ ਦੇਖੇ ਅਤੇ ਫਿਰ ਆਪਣੇ ਖੱਬੇ ਮੋਢੇ ਵੱਲ ਦੇਖੇ। ਇਸ ਤਰ੍ਹਾਂ ਕਰਨ ਨਾਲ ਗੁਰੂ ਨਾਨਕ ਸਾਹਿਬ ਜੀ ਉਸ ਦੀ ਮਦਦ ਕਰਨਗੇ। ਉਸ ਲੜਕੇ ਨੇ ਉਸੇ ਤਰ੍ਹਾਂ ਹੀ ਕੀਤਾ। ਭੰਗੜੇ ਦੇ ਟੈਸਟ ਵਾਲੇ ਦਿਨ ਉਸਨੇ ਭੰਗੜੇ ਦੀ ਸਟੇਜ ਉੱਤੇ ਜਾ ਕੇ ਪਹਿਲਾਂ ਮੂਲ ਮੰਤਰ ਦਾ ਪਾਠ ਕੀਤਾ ਅਤੇ ਫਿਰ ਸੱਜੇ ਤੇ ਖੱਬੇ ਮੋਢੇ ਨੂੰ ਦੇਖਿਆ। ਫਿਰ ਉਸਨੇ ਆਪਣੀ ਪਰਫਾਰਮੈਂਸ ਸ਼ੁਰੂ ਕਰ ਦਿੱਤੀ, ਜਾਣੀ ਕਿ ਆਪਣਾ ਭੰਗੜਾ ਸ਼ੁਰੂ ਕਰ ਦਿੱਤਾ। ਭੰਗੜਾ ਕਮੇਟੀ ਨੇ ਉਸ ਦੀ ਪਰਫਾਰਮੈਂਸ ਦੇਖ ਕੇ ਉਸ ਨੂੰ ਭੰਗੜਾ ਪਾਰਟੀ ਦਾ ਲੀਡਰ ਚੁਣ ਲਿਆ। ਜਦ ਉਹ ਲੜਕਾ ਬੜੀ ਖੁਸ਼ੀ ਨਾਲ ਆਪਣੇ ਘਰ ਆਇਆ ਤਾਂ ਉਸਨੇ ਆਪਣੀ ਮਾਂ ਨੂੰ ਦੱਸਿਆ ਕਿ ਮੈਂ ਤਾਂ ਬਸ ਸਟੇਜ ਉੱਤੇ ਚੜ੍ਹਨ ਵੇਲੇ ਤੱਕ ਦਾ ਹੀ ਪਤਾ ਹੈ ਅਤੇ ਪਾਠ ਕਰਨ ਦਾ ਪਤਾ ਹੈ, ਸੱਜੇ ਖੱਬੇ ਮੋਢੇ ਦੇਖਣ ਦਾ ਪਤਾ ਹੈ। ਫਿਰ ਉਸ ਤੋਂ ਬਾਅਦ ਮੈਂ ਕੀ ਕੀਤਾ ਅਤੇ ਕਿਵੇਂ ਹੋਇਆ ਇਹ ਮੈਨੂੰ ਕੁਝ ਵੀ ਪਤਾ ਨਹੀਂ ਆ ਮਾਂ। ਬਸ ਇੰਨਾ ਹੀ ਪਤਾ ਹੈ ਕਿ ਜਦੋਂ ਮੈਂ ਆਪਣੀ ਪਰਫਾਰਮੈਂਸ ਕਰਕੇ ਹਟਿਆ ਸੀ ਤਾਂ ਸਾਰੇ ਲੋਕ ਤਾੜੀਆਂ ਮਾਰ ਰਹੇ ਸੀ। ਫਿਰ ਕਮੇਟੀ ਵਾਲਿਆਂ ਨੇ ਮੈਨੂੰ ਭੰਗੜਾ ਪਾਰਟੀ ਦਾ ਪ੍ਰਧਾਨ ਚੁਣ ਲਿਆ। ਇਹ ਸਾਰੀ ਵਾਰਤਾ ਸੁਣ ਕੇ ਉਹ ਬੀਬੀ ਬਹੁਤ ਖੁਸ਼ ਹੋਈ। ਉਸ ਬੀਬੀ ਨੇ ਉਸੇ ਵੇਲੇ ਮੈਨੂੰ ਫੋਨ ਕਰਕੇ ਇਹ ਖੁਸ਼ਖਬਰੀ ਸੁਣਾਈ ਅਤੇ ਧੰਨਵਾਦ ਕੀਤਾ। ਮੈਂ ਕਿਹਾ ਧੰਨਵਾਦ ਮੇਰਾ ਨਹੀਂ, ਗੁਰੂ ਨਾਨਕ ਸਾਹਿਬ ਜੀ ਦਾ ਹੈ, ਜਿਨ੍ਹਾਂ ਨੇ ਇਸ ਬੱਚੇ ਨੂੰ ਖੁਸ਼ੀ ਦਿੱਤੀ ਹੈ। ਫਿਰ ਉਸ ਲੜਕੇ ਨੇ ਵੀ ਮੇਰੇ ਨਾਲ ਗੱਲ ਕੀਤੀ ਅਤੇ ਸਾਰੀ ਵਾਰਤਾ ਬੜੀ ਖੁਸ਼ੀ ਵਿੱਚ ਕਹਿ ਕੇ ਸੁਣਾਈ। ਉਸ ਦੀ ਆਵਾਜ਼ ਵਿੱਚ ਬਹੁਤ ਖੁਸ਼ੀ ਸੀ। ਫਿਰ ਵਿਸਾਖੀ ਵਾਲੇ ਦਿਨ ਉਹਨਾਂ ਦੀ ਭੰਗੜਾ ਪਾਰਟੀ ਪਹਿਲੇ ਨੰਬਰ ਉੱਤੇ ਆਈ ਸੀ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸੀ ਮੂਲ ਮੰਤਰ ਦੀ ਤਾਕਤ। ਗੁਰਬਾਣੀ ਹਰ ਥਾਂ ਉੱਤੇ ਜ਼ਾਹਰਾ ਹੋ ਕੇ ਵਰਤਦੀ ਹੈ, ਪਰ ਜੇ ਮਨ ਵਿੱਚ ਸ਼ਰਧਾ ਹੋਵੇ ਤਾਂ ਆਪਣੇ ਇਸ ਤਜਰਬੇ ਉੱਤੇ ਮੈਂ ਵੀ ਬਹੁਤ ਹੈਰਾਨ ਸੀ। ਮੈਨੂੰ ਪੂਰਨ ਵਿਸ਼ਵਾਸ ਹੋ ਗਿਆ ਕਿ ਗੁਰੂ ਨਾਨਕ ਸਾਹਿਬ ਜੀ ਆਪਣੇ ਸੇਵਕਾਂ ਦੀ ਗੱਲ ਨੂੰ ਅੱਜ ਵੀ ਨੇੜੇ ਹੋ ਕੇ ਸੁਣਦੇ ਹਨ ਅਤੇ ਹਰ ਥਾਂ ਉੱਤੇ ਜ਼ਾਹਰਾ ਹੋ ਕੇ ਵਰਤਦੇ ਹਨ। ਦੋਸਤੋ, ਉਸ ਦਿਨ ਤੋਂ ਬਾਅਦ ਮੈਂ ਬਹੁਤ ਸਾਰੇ ਨੌਕਰੀ ਪੇਸ਼ੇ ਦੀ ਇੰਟਰਵਿਊ ਉੱਤੇ ਜਾਣ ਵਾਲਿਆਂ ਨੂੰ ਅਤੇ ਕਈ ਵਿਦਿਆਰਥੀਆਂ ਨੂੰ ਇਸ ਸੀਕ੍ਰੇਟ ਦੇ ਨਾਲ ਵਾਹਿਗੁਰੂ ਜੀ ਅੱਗੇ ਅਰਦਾਸ ਕਰਕੇ ਭੇਜਦਾ ਰਿਹਾ ਹਾਂ ਅਤੇ ਉਹ ਸਭ ਦੇ ਸਭ ਆਪਣੇ ਆਪਣੇ ਕੰਮਾਂ ਵਿੱਚ ਸਫਲ ਹੋ ਕੇ ਆਉਂਦੇ ਰਹੇ ਹੈ। ਇਹ ਸੀਕ੍ਰੇਟ ਹੈ। ਕਹਿਣ ਵਾਲੇ ਦਾ ਵੀ
ਤੇ ਉਸ ਮੂਲ ਮੰਤਰ ਤੇ ਵਿਸ਼ਵਾਸ ਰੱਖ ਕੇ ਕੰਮ ਉੱਤੇ ਜਾਣ ਵਾਲੇ ਦਾ ਵੀ। ਸੋ ਮੇਰੀ ਗੁਰੂ ਨਾਨਕ ਸਾਹਿਬ ਜੀ ਅੱਗੇ ਬੇਨਤੀ ਹੈ ਕਿ ਉਹ ਆਪਣੇ ਸੇਵਕਾਂ ਦੀ ਇਸੇ ਤਰ੍ਹਾਂ ਸਹਾਇਤਾ ਕਰਦੇ ਰਹਿਣ, ਆਪਣੇ ਸੇਵਕਾਂ ਦੇ ਇਸੇ ਤਰ੍ਹਾਂ ਕਾਰਜ ਸਵਾਰਦੇ ਰਹਿਣ। ਜੋ ਗੁਰਬਾਣੀ ਦੇ ਪ੍ਰੇਮੀ ਗੁਰਬਾਣੀ ਤੇ ਵਿਸ਼ਵਾਸ ਰੱਖ ਕੇ ਆਪਣੇ ਕੰਮਾਂ ਕਾਰਾਂ ਨੂੰ ਘਰੋਂ ਬਾਹਰ ਨਿਕਲਦੇ ਹਨ ਅਤੇ ਗੁਰਬਾਣੀ ਦਾ ਵਿਸ਼ਵਾਸ ਉਹਨਾਂ ਨੂੰ ਕਾਰਜਾਂ ਦੀ ਸਫਲਤਾ ਤੋਂ ਬਾਅਦ ਖੁਸ਼ੀਆਂ ਜਦੋਂ ਘਰ ਲੈ ਕੇ ਖੁਸ਼ੀਆਂ ਲੈ ਕੇ ਜਦੋਂ ਘਰ ਵੜਦੇ ਹਨ, ਉਹ ਤਾਂ ਉਸ ਖੁਸ਼ੀ ਦਾ ਅੰਦਾਜ਼ਾ ਕੋਈ ਲਾ ਨਹੀਂ ਸਕਦਾ। ਉਹ ਖੁਸ਼ੀ ਪੈਸਿਆਂ ਨਾਲ ਨਹੀਂ ਖਰੀਦੀ ਜਾ ਸਕਦੀ। ਉਹ ਖੁਸ਼ੀ ਦਾ ਕੋਈ ਮੁੱਲ ਹੀ ਨਹੀਂ ਰਹਿ ਜਾਂਦਾ, ਜੋ ਖੁਸ਼ੀ ਗੁਰੂ ਨਾਨਕ ਦੀ ਬਾਣੀ ਪੜ੍ਹ ਕੇ ਸਾਨੂੰ ਕਾਰਜਾਂ ਦੀ ਸਫਲਤਾ ਤੋਂ ਬਾਅਦ ਪ੍ਰਾਪਤ ਹੁੰਦੀ ਹੈ। ਸੋ ਪਿਆਰੀ ਸਾਧ ਸੰਗਤ ਜੀ, ਇਹ ਸੀ ਮੂਲ ਮੰਤਰ ਦੀ ਪਾਵਰ, ਮੂਲ ਮੰਤਰ ਦੀ ਤਾਕਤ। ਇਸ ਨੂੰ ਪੜ੍ਹ ਕੇ ਹਰ ਕੋਈ ਆਪਣੀ ਇੰਟਰਵਿਊ ਦੇ ਵਿੱਚ ਸਫਲ ਹੋ ਸਕਦਾ, ਹਰ ਕੋਈ ਆਪਣੇ ਇਮਤਿਹਾਨ ਦੇ ਵਿੱਚ ਸਫਲ ਹੋ ਸਕਦਾ, ਹਰ ਕੋਈ ਆਪਣੇ ਔਖੇ ਤੋਂ ਔਖੇ ਕੰਮ ਦੇ ਵਿੱਚ ਵੀ ਸਫਲ ਹੋ ਸਕਦਾ। ਇਹ ਮੇਰਾ ਵਿਸ਼ਵਾਸ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।